ਸਤਿਨਾਮ ਵਾਹਿਗੁਰੂ। ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕਹੇ ਤੋ। ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ। ਜਿਹਾ ਸ਼ੁੱਧ ਕੇ ਚੂੰ ਬਚ ਗਾਹ ਕੁਸ਼ਤ ਹੈ ਚਾਰ। ਕੇ ਬਾਕੀ ਬੈਮਾਦਸਤ ਪੇਚੀਦੇ ਮਾਰੋ। ਚਹ ਮਰਦੀ ਕੇ ਅਖਗਰ ਖਾਮੋਸ਼ਾ ਕੂਨੀ। ਕਿ ਆਤਿਸ਼ ਦਾ ਮਾਰਾ ਫਰੋਜ਼ਾ ਕੂਨੀ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰੰ ਦਇਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ। ਓਟ ਨਾਨਕ ਪਰਮੇਸ਼ਵਰੈ ਸੰਤ ਉਦਰੰ ਦਇਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ। ਓਟ ਨਾਨਕ ਪਰਮੇਸ਼ਵਰੈ ਚੰਦਨ ਚੰਦਨਾ ਸਰਦ ਰੁੱਤ। ਮੂਲ ਨ ਮਿਟਈ ਕਾਮ ਸੀਤਲ ਥੀਵੈ ਨਾਨਕਾ। ਜਪੰਦੜੋ ਹਰ ਨਾਮ ਪੌੜੀ। ਚਰਨ ਕਮਲ ਕੀ ਓਟ ਉਦਰੇ ਸਗਲ ਜਨ। ਸੁਣ ਪਰਤਾਪ ਗੋਵਿੰਦ ਨਿਰਭਉ ਭਏ ਮਨ। ਟੋਟ ਨ ਆਵੈ ਮੂਲ ਸੰਚਿਆ ਨਾਮ ਧਨ। ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ।
आठ पहर हर ध्याए, हर जस नित सोना। संत जना स्यों संग, पाइयै वड्डा पुन्ना। आठ पहर हर ध्याए, हर जस नित सोना। वाहिगुरु जी का खालसा, वाहिगुरु जी की फतेह। परम सन्मानयोग गुरु प्यारी खालसा साध संगत जी, ਆਪ ਵੱਡਿਆਂ ਭਾਗਾਂ ਵਾਲੇ ਹੋ। ਅਕਾਲ ਪੁਰਖ ਦੇ ਚੌਥੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਪਹੁੰਚੇ ਹੋ। ਇਸ ਪਾਵਨ ਸਥਾਨ ਤੇ ਅਕਾਲ ਪੁਰਖ ਦੇ ਸ਼ਬਦਾਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿਤਾ ਪ੍ਰਤੀ ਸੰਗਤ ਦੇ ਉਦਾਰ ਹਿੱਤ ਸ਼੍ਰੀ ਮੁਖਵਾਕ ਬਖਸ਼ਦੇ ਨੇ, ਜਿਸ ਦੀ ਕਥਾ ਵਿਚਾਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਖੁਦ ਖੁਦਾ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਸ਼ਿਰਕਤ ਕਰਕੇ ਆਪ ਸੰਗਤਾਂ ਸਰਵਣ ਕਰਦੇ ਹੋ। ਆਓ ਅੱਜ ਦੇ ਅਗੰਮੀ ਫੁਰਮਾਨ ਦੀ ਵਿਆਖਿਆ ਦੇ ਨਾਲ ਜੁੜੀਏ ਔਰ ਉਸ ਤੋਂ ਉਪਰੰਤ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਫਰਜ਼ੰਦ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਅਤੇ ਜੰਗ ਚਮਕੌਰ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਕੁਝ ਅਲਫਾਜ਼ ਗੁਰਬਾਣੀ ਦੀ ਰੌਸ਼ਨੀ ਵਿੱਚ ਤੁਹਾਡੇ ਨਾਲ ਸਾਂਝੇ ਕਰਨ ਦਾ ਯਤਨ ਕਰਾਂਗਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰੰ ਦਇਆਲੰ, ਆਸਰੰ ਗੋਪਾਲ ਕੀਰਤਨ ਹੈ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ ਪਾਵਨ ਬਾਣੀ ਹੈ। ਜੈਤ ਸ੍ਰੀ ਕੀ ਵਾਰ। ਇਹਦੇ 17 ਨੰਬਰ ਸ਼ਲੋਕ ਅਤੇ ਪੌੜੀ ਦੇ ਅਰਥ ਤੁਹਾਡੇ ਨਾਲ ਸਾਂਝੇ ਕਰਨੇ ਨੇ। ਇਹ ਸ਼ਲੋਕ, ਇਹ ਪੌੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 709 ਅੰਗ ਤੇ ਦਰਜ ਹੈ। ਗੁਰਦੇਵ ਇੱਥੇ ਸ਼ਲੋਕ ਅੰਦਰ ਸੰਤਾਂ ਮਹਾਂਪੁਰਸ਼ਾਂ ਦੀ ਵਡਿਆਈ ਕਰਦੇ ਨੇ। ਇੱਥੇ ਸਾਨੂੰ ਸਮਝਾਉਂਦੇ ਨੇ ਜੋ ਅਕਾਲ ਪੁਰਖ ਦੇ ਪਿਆਰੇ ਸੰਤ ਨੇ, ਉਹਨਾਂ ਦਾ ਸੁਭਾਅ ਬੜਾ ਦਇਆਲੂ ਹੁੰਦਾ ਹੈ। ਉਹ ਆਪ ਮੁਕਤ ਨੇ ਔਰ ਹੋਰਾਂ ਨੂੰ ਨਜ਼ਾਤ ਦਿਵਾਉਣ ਦੀ ਉਹ ਸਮਰੱਥਾ ਰੱਖਦੇ ਨੇ। ਕਿਹੜੇ ਸੰਤ ਜਿਹੜੇ ਸਦਾ ਹੀ ਪਰਮਾਤਮਾ ਦੇ ਆਸਰੇ ਰਹਿੰਦੇ ਨੇ, ਸਦਾ ਹੀ ਪਰਮਾਤਮਾ ਦੇ ਗੀਤ ਗਾਉਂਦੇ ਨੇ, ਕੀਰਤੀ ਦਾ ਆਸਰਾ ਰੱਖਦੇ ਹਨ। ਨਿਰਮਲੰ ਸੰਤ ਸੰਗੇਣ, ਓਟ ਨਾਨਕ ਪਰਮੇਸ਼ਰ। ਐਸੇ ਜਿਹੜੇ ਮਹਾਂਪੁਰਸ਼ ਨੇ, ਉਹਨਾਂ ਦਾ ਜੇ ਸੰਗ ਕਰਾਂਗੇ
ਮਹਾਰਾਜ ਕਹਿੰਦੇ ਤੁਹਾਡੇ ਜੀਵਨ ਵਿੱਚ ਨਿਰਮਲਤਾ ਆਵੇਗੀ, ਵਿਕਾਰਾਂ ਦੀ ਮੈਲ ਲੱਥ ਜਾਵੇਗੀ। ਉਹ ਸਾਧੂ ਜਨ ਸਦਾ ਹੀ ਪਰਮਾਤਮਾ ਦੀ ਓਟ ਦੇ ਸਹਿਤ ਨੇ, ਆਸਰੇ ਦੇ ਸਹਿਤ ਹਨ। ਚੰਦਨ ਚੰਦਨਾ ਸਰਦ ਰੁੱਤ, ਮੂਲ ਨ ਮਿਟਈ ਕਾਮ। ਇਹ ਪ੍ਰਚਲਿਤ ਹੈ। ਚੰਦਨ ਦਾ ਸੁਭਾਅ ਠੰਡਾ ਹੈ ਤੇ ਲੋਕ ਠੰਡੇ ਰਹਿਣ ਲਈ ਚੰਦਨ ਦਾ ਲੇਪ ਲਾਉਂਦੇ ਨੇ। ਤਨ ਨੂੰ ਤੇ ਠੰਡਕ ਦੇ ਸਕਦਾ ਹੈ। ਚੰਦਰਮੇ ਦੀ ਚਾਂਦਨੀ ਤਨ ਨੂੰ ਠੰਡਕ ਦੇ ਸਕਦੀ ਹੈ, ਪਰ ਜਿਹੜੀ ਮਨ ਦੇ ਅੰਦਰ ਵਿਕਾਰਾਂ ਦੀ ਅੱਗ ਲੱਗੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਹੈ, ਤ੍ਰਿਸ਼ਨਾ ਦੀ, ਚਿੰਤਾ ਦੀ, ਡਿਪਰੈਸ਼ਨ ਦੀ ਅੱਗ ਹੈ, ਇੱਥੋਂ ਤੱਕ ਨਾ ਤਾਂ ਚੰਦ ਦੀ ਰੌਸ਼ਨੀ ਹੀ ਪਹੁੰਚਦੀ ਹੈ, ਨਾ ਸਰੀਰ ਤੇ ਲਾਇਆ ਹੋਇਆ ਚੰਦਨ ਦਾ ਲੇਪ ਹੀ ਠੰਡਕ ਬਖਸ਼ਦਾ ਹੈ। ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਗੁਰਦੇਵ ਕਹਿੰਦੇ ਨੇ ਜੇ ਮਨ ਨੂੰ ਠੰਡਕ ਚਾਹੀਦੀ ਹੈ ਤੇ ਉਹਨਾਂ ਸੰਤਾਂ ਮਹਾਂਪੁਰਸ਼ਾਂ ਕੋਲ ਬੈਠ ਕੇ ਪਰਮਾਤਮਾ ਦਾ ਨਾਮ ਜਪਿਆ ਕਰ, ਜਿਹਦੇ ਨਾਲ ਹਿਰਦਾ ਸ਼ਾਂਤ ਹੋਵੇਗਾ, ਸੀਤਲ ਹੋਵੇਗਾ, ਰੋਗ ਸੋਗ ਮਿਟ ਜਾਣਗੇ। ਪੌੜੀ ਚਰਨ ਕਮਲ ਕੀ ਓਟ, ਉਦਰੇ ਸਗਲ ਜਨ। ਸਾਧੂਆਂ ਦੀ ਸੰਗਤ ਬੈਠ ਕੇ ਜਿਨ੍ਹਾਂ ਨੂੰ ਇਹ ਆਦਤ ਪੈ ਗਈ ਨਾਮ ਜਪਣ ਦੀ, ਪਰਮਾਤਮਾ ਦੇ ਆਸਰੇ ਦੇ ਸਹਿਤ ਜਿਹੜੇ ਹੋ ਗਏ, ਐਸੇ ਪਿਆਰੇ ਜਨ ਉਪਰਾਮ ਹੋ ਗਏ ਲੋਕਾਈ ਤੋਂ। 84 ਲੱਖ ਜੂਨਾਂ ਵਿੱਚੋਂ ਉਹਨਾਂ ਦਾ ਉਧਾਰ ਹੋਇਆ, ਵਿਕਾਰਾਂ ਤੋਂ ਉਹਨਾਂ ਦੀ ਬੰਦ ਖਲਾਸੀ ਹੋਈ ਹੈ। ਸੁਣ ਪ੍ਰਤਾਪ ਗੋਵਿੰਦ, ਨਿਰਭਉ ਭਏ ਮਨ। ਐਸੇ ਮੁਕਤ ਜਨਾਂ ਦੇ ਪਾਸ ਬੈਠ ਕੇ ਪਰਮੇਸ਼ਵਰ ਦੇ ਗੀਤ ਸੁਣੇ, ਉਹਦੇ ਗੁਣਾਂ ਦਾ ਗਾਇਨ ਕੀਤਾ, ਔਰ ਐਸੀ ਹਸਤੀ ਨਸੀਬ ਹੋ ਗਈ, ਪਰਮਾਤਮਾ ਨਾਲ ਜੁੜ ਕੇ ਉਹਦੇ ਵਾਂਗ ਨਿਰਭਉ ਪਦਵੀ ਮਿਲ ਗਈ। ਹੁਣ ਰੋਗਾਂ ਦਾ, ਸੋਗਾਂ ਦਾ, ਵਿਕਾਰਾਂ ਦਾ, 84 ਲੱਖ ਜੂਨਾਂ ਦਾ, ਦੁਸ਼ਮਣਾਂ ਦਾ ਕੋਈ ਡਰ ਨਾ ਰਿਹਾ। ਟੋਟ ਨ ਆਵੈ ਮੂਲ, ਸੰਚਿਆ ਨਾਮ ਧਨ। ਸਾਧੂਆਂ ਦੀ ਸੰਗਤ ਬੈਠ ਕੇ ਨਾਮ ਜਪਿਆ, ਐਸੇ ਖਜ਼ਾਨੇ ਮਿਲ ਗਏ ਨਾਮ ਦੇ। ਸੰਤ ਜਨਾ ਸਿਉ ਸੰਗ, ਪਾਈਐ ਵੱਡਾ ਪੁੰਨ। ਨਾਮ ਦੇ ਐਸੇ ਖਜ਼ਾਨੇ ਹਾਸਲ ਹੋ ਗਏ, ਇਹ ਮੁੱਕਦੇ ਨਹੀਂ, ਤੋਟ ਨਹੀਂ ਆਉਂਦੀ। ਵੰਡੀ ਜਾਓ, ਜਪੀ ਜਾਓ, ਤੋ ਕੋਈ ਕਮੀ ਨਹੀਂ ਹੈ ਨਾਮ ਦੇ ਖਜ਼ਾਨੇ ਵਿੱਚ। ਦੂਸਰਾ, ਜਿਹੜੇ ਨਾਮ ਜਪਦੇ ਨੇ ਉਹਨਾਂ ਦੀਆਂ ਝੋਲੀਆਂ ਭਰੀਆਂ ਰਹਿੰਦੀਆਂ ਨੇ, ਦੁਨਿਆਵੀ ਪਦਾਰਥਾਂ ਦੀ ਵੀ ਉਹਨਾਂ ਦੇ ਕੋਲ ਥੋੜ ਨਹੀਂ ਆਉਂਦੀ। ਤੋ ਗੁਰਦੇਵ ਇੱਥੇ ਕਹਿੰਦੇ ਨੇ ਸਾਧੂਆਂ ਦੀ ਸੰਗਤ ਵਿੱਚ ਬੈਠੋ, ਵੱਡੇ ਭਾਗਾਂ ਨਾਲ ਸਾਧੂ ਮਿਲਦੇ ਨੇ। ਵੱਡੇ ਪੁੰਨ ਹੋਣ, ਚੰਗੀ ਪ੍ਰਾਲਬਧ ਹੋਵੇ ਤੇ ਐਸੇ ਮਹਾਂਪੁਰਸ਼ਾਂ ਦੀ ਸੰਗਤ ਮਿਲਦੀ ਹੈ। ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੋਨ। ਔਰ ਉਹਨਾਂ ਸਾਧੂਆਂ ਦੀ ਸੰਗਤ ਬੈਠ ਕੇ 8 ਪਹਿਰ ਪ੍ਰਮਾਤਮਾ ਦੇ ਗੀਤ ਗਾਇਆ ਕਰੋ। ਹਰਿਆ ਭਰਿਆ ਕਰਨ ਵਾਲੇ ਪਰਮੇਸ਼ਵਰ ਦਾ ਨਾਮ ਧਿਆਇਆ ਕਰੋ। ਸੁਣ ਸੁਣ ਕੇ ਸਾਧੂਆਂ ਕੋਲੋਂ ਪਰਮਾਤਮਾ ਦੇ ਗੁਣ ਗਾਇਆ ਕਰੋ। ਤੋ ਮਹਾਰਾਜ ਨੂੰ ਪੁੱਛੀਏ ਜੀ ਫਿਰ ਕੀ ਮਿਲੇਗਾ, ਤੇ ਗੁਰਦੇਵ ਫਿਰ ਸਾਨੂੰ ਇਹ ਸਮਝਾਉਂਦੇ ਨੇ, ਜਿਹੜਾ ਦਿਨ ਰਾਤ
परमात्मा दे गीत गाउंदा है, ਜਿਹੜਾ ਅਠੋ ਪੈਰ परमात्मा ਨੂੰ ਧਿਆਉਂਦਾ ਹੈ। ਹਰ ਜਪੀਐ ਆਰਾਧੀਐ, ਆਠ ਪਹਿਰ ਗੋਵਿੰਦ। ਜੀਅ ਪ੍ਰਾਣ ਤਨ ਧਨ ਰਖੇ, ਕਰ ਕਿਰਪਾ ਰਾਖੀ ਜਿੰਦ। ਨਾਨਕ ਸਗਲੇ ਦੋਖ ਉਤਾਰਿਅਨ, ਪ੍ਰਭ ਪਾਰ ਬ੍ਰਹਮ ਬਖਸ਼ਿੰਦ। ਨਾਮ ਜਪਣ ਵਾਲੇ ਦੇ ਜੀਵਨ ਵਿੱਚ ਕੋਈ ਵਿਘਨ ਨਹੀਂ ਰਹਿੰਦਾ, ਦੁੱਖ ਨਹੀਂ ਰਹਿੰਦਾ, ਰੋਗ ਨਹੀਂ ਰਹਿੰਦਾ, ਕੋਈ ਸੋਗ ਨਹੀਂ ਰਹਿੰਦਾ, ਉਹਨੂੰ ਨਜ਼ਾਤ ਮਿਲ ਜਾਂਦੀ ਹੈ। ਤੋ ਇੱਥੇ ਸਾਧੂਆਂ ਦੇ ਸੰਗ ਦੀ ਮਹਿਮਾ ਗੁਰੂ ਅਰਜਨ ਸਾਹਿਬ ਨੇ ਪ੍ਰਗਟ ਕੀਤੀ ਹੈ। ਕਿਹੜੇ ਸਾਧੂ? ਜਿਹੜੇ ਪਰਮੇਸ਼ਵਰ ਨਾਲ ਜੁੜੇ ਨੇ ਤੇ ਹੋਰਾਂ ਨੂੰ ਗੁਰੂ ਪਰਮੇਸ਼ਰ ਨਾਲ ਜੋੜਦੇ ਨੇ। ਇੱਥੇ ਦਾਸ ਸ਼੍ਰੀ ਮੁੱਖ ਵਾਕ ਦੀ ਵਿਚਾਰ ਨੂੰ ਸੰਕੋਚਦਾ ਹੈ। ਅਜੋ ਪਾਵਨ ਦਿਹਾੜਾ ਹੈ 8 ਪੋਹ। ਸਦੀਆਂ ਪਿੱਛੇ ਚਲੇ ਜਾਈਏ 1761 ਬਿਕਰਮੀ ਸੰਮਤ, ਜਦੋਂ ਦੁਨੀਆ ਦਾ ਸਭ ਤੋਂ ਅਸਾਵਾਂ ਤੇ ਭਿਅੰਕਰ ਯੁੱਧ ਲੜਿਆ ਗਿਆ। ਅਸਾਵਾਂ ਇਸ ਲਈ ਹੈ, ਇੱਕ ਤਰਫ ਗੁਰੂ ਨਾਨਕ ਦੇ ਤਖਤ ਦਾ ਵਾਰਸ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਹੈ, ਜੋ ਫਕੀਰ ਹੈ, ਜਿਹਦੇ ਕੋਲ ਕੇਵਲ 40 ਭੁੱਖੇ ਸਿੰਘ ਨੇ। ਤੇ ਇੱਕ ਤਰਫ ਭਾਰਤ ਵਰਸ਼ ਦਾ ਬਾਦਸ਼ਾਹ ਔਰੰਗਜ਼ੇਬ ਹੈ, ਜਿਹਦੀ 10 ਲੱਖ ਫੌਜ ਨੇ ਘੇਰਾ ਪਾਇਆ ਹੈ ਗੜੀ ਚਮਕੌਰ ਨੂੰ। ਇਸ ਤੋਂ ਪਹਿਲਾਂ ਵੀ ਬੜੇ ਵੱਡੇ ਯੁੱਧ ਹੋਏ ਨੇ। ਮਹਾਭਾਰਤ ਦਾ ਯੁੱਧ ਹੁੰਦਾ ਹੈ, ਇੱਕ ਤਰਫ ਕੌਰਵ ਨੇ ਦੁਰਯੋਧਨ ਹੋਣੀ, ਦੂਸਰੀ ਤਰਫ ਪਾਂਡਵ ਨੇ ਯੁਧਿਸ਼ਟਰ ਹੋਣੀ। ਟੱਕਰ ਸਾਵੀਂ ਹੈ, ਦੋਨੋਂ ਤਰਫ ਹੀ ਸੋਰਸਿਸ ਦੀ ਕਮੀ ਨਹੀਂ। ਚੰਗੇ ਹਥਿਆਰ ਨੇ, ਗਾਂਡੀਵ ਸੂਰੇ ਨੇ, ਬੜੇ ਬੜੇ ਰਾਜੇ ਨੇ। ਸ਼੍ਰੀ ਰਾਮ ਚੰਦਰ ਮਹਾਰਾਜ ਦਾ ਰਾਵਣ ਨਾਲ ਯੁੱਧ ਹੁੰਦਾ ਹੈ, ਟੱਕਰ ਸਾਵੀਂ ਹੈ। ਇੱਕ ਲੰਕਾ ਦਾ ਪਤ ਹੈ, ਰਾਜਾ ਹੈ, ਇੱਕ ਅਯੁੱਧਿਆ ਦਾ ਰਾਜਾ ਹੈ। ਪਰ ਇਹ ਯੁੱਧ ਅਸਾਵਾਂ ਇਸ ਲਈ ਹੈ ਚਮਕੌਰ ਦੀ ਗੜੀ ਦਾ। ਇੱਥੇ ਇੱਕ ਤਰਫ ਫਕੀਰ ਹੈ, ਦੂਜੀ ਤਰਫ ਰਾਜਾ ਹੈ। ਇੱਕ ਤਰਫ ਰਵਾਇਤੀ ਹਥਿਆਰ ਨੇ, ਤਲਵਾਰਾਂ, ਬਰਸ਼ੇ, ਤੀਰ ਜਾਂ ਕੁਝ ਪੁਰਾਣੀਆਂ ਰਾਈਫਲਾਂ। ਦੂਸਰੀ ਤਰਫ ਔਰੰਗਜ਼ੇਬ ਦੀ ਫੌਜ ਕੋਲ ਤੋਪਾਂ ਨੇ, ਬੜੇ ਬੜੇ ਹਥਿਆਰ ਨੇ। ਔਰ ਇੱਥੇ ਗੁਰੂ ਕੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਜੁਝਾਰ ਸਿੰਘ ਅੱਜ ਦੇ ਦਿਨ ਚਮਕੌਰ ਦੀ ਗੜੀ ਸ਼ਹੀਦ ਹੋਏ। ਸ਼ਹੀਦਾਂ ਦੀ ਜੋ ਕੀਰਤੀ ਹੈ, ਜੋ ਅਦਬ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਗਟ ਹੈ। ਸਭ ਤੋਂ ਵੱਡਾ ਰੁਤਬਾ ਗੁਰੂ ਪਰਮੇਸ਼ਰ ਦਾ 20 ਬਿਸੂਏ ਜਾਂ ਮਨ ਠਹਿਰਾਨੇ, ਗੁਰ ਪਾਰ ਬ੍ਰਹਮ ਇੱਕ ਹੈ ਹੀ ਜਾਣੇ। ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਦਸੋ ਪਾਤਸ਼ਾਹੀਆਂ ਪਰਮਾਤਮਾ ਦਾ ਸਰਗੁਣ ਸਰੂਪ ਨੇ। ਤੋ ਉਹਨਾਂ ਦੇ ਦਰਮਿਆਨ ਕੋਈ ਫਰਕ ਨਹੀਂ ਹੈ। Lord and the Guru is one। ਗੁਰੂ ਪਰਮੇਸ਼ਰ ਤੋਂ ਬਾਅਦ ਦੋ ਮਹਾਨ ਰੁਤਬੇ ਨੇ। ਗੁਰੂ ਨਾਨਕ ਸਾਹਿਬ ਨੇ ਜ਼ਿਕਰ ਕੀਤਾ ਹੈ, ਇਹ ਦੋ ਨਜ਼ਾਤ ਪਾਉਂਦੇ ਨੇ, ਇਹ ਦੋ ਰੁਤਬੇ ਮੇਰੀ ਗਲੀ ਪ੍ਰਵਾਨ ਨੇ, ਮੇਰੇ ਘਰ ਪ੍ਰਵਾਨ ਨੇ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇੱਥੇ ਅੰਤਰੀਵ ਅਰਥ ਇਹ ਹੈ ਵੀ ਜਿਨ੍ਹੇ ਗਿਆਨ ਦੀ ਤਲਵਾਰ ਨਾਲ ਹੰਕਾਰ ਰੂਪੀ ਸਿਰ ਵੱਢ ਦਿੱਤਾ, ਉਹ ਸੰਤ ਮੇਰੇ ਦਰ ਤੇ ਪ੍ਰਵਾਨ ਹੈ। ਦੂਸਰਾ, ਜਿਨ੍ਹੇ ਦੀਨ ਦੀ ਖਾਤਰ ਸਿਰ ਕਟਵਾ ਲਿਆ, ਸਿਰ ਤਲੀ ਰੱਖ ਲਿਆ, ਭਾਵ ਸ਼ਹਾਦਤ ਦੀ ਅਵਧੀ ਮਾਣੀ, ਉਹ ਮੇਰੀ ਗਲੀ ਪ੍ਰਵਾਨ ਹੈ। ਉਹ ਮੇਰੇ ਦਰਵਾਜ਼ੇ ਚੋਂ ਪਾਰ ਲੰਘ ਸਕਦਾ ਹੈ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ।
ਸ਼ਹੀਦੀਆਂ ਹੋਈਆਂ ਕਿਉਂ ਸਿੱਖ ਜਗਤ ਦੇ ਅੰਦਰ। ਸਤਿਗੁਰ ਦਾਤਾ ਮੁਕਤ ਕਰਾਏ, ਮੁਕਤ ਦਾਤਾ ਸਤਿਗੁਰ ਜਗ ਮਾਹੇ। ਜਿਹੜਾ ਗੁਰੂ ਹੈ ਨਾ, ਗੁਰੂ ਇਜ਼ ਦਾ ਬਿਸਟੋਵਰ ਆਫ ਲਿਬਰੇਸ਼ਨ, ਮੁਕਤੀ ਦਾਤਾ ਹੈ। ਚਾਹੇ ਤੈਨੂੰ ਰੋਗ ਨੇ, ਸੋਗ ਨੇ, ਚਾਹੇ 84 ਲੱਖ ਜੂਨਾਂ ਦਾ ਬੰਧਨ ਹੈ, ਚਾਹੇ ਪ੍ਰਤੱਖ ਪੈਰਾਂ ਨੂੰ ਬੇੜੀਆਂ ਨੇ, ਗੁਰੂ ਮੁਕਤੀ ਦੇਣ ਵਾਲਾ ਹੈ। ਕਾਟੀ ਬੇਰੀ ਪਗ ਹੈ ਤੇ ਗੁਰਕੀਨੀ ਬੰਦ ਖਲਾਸ। 1001 ਈਸਵੀ ਮਹਿਮੂਦ ਗਜ਼ਨਵੀ ਦੇ ਸਮੇਂ ਤੋਂ ਭਾਰਤ ਦੇਸ਼ ਗੁਲਾਮ ਹੈ। ਸਮਾਂ ਆਇਆ ਮੁਗਲ ਡਾਇਨੈਸਟੀ ਦਾ, ਬਾਬਰ ਦਾ ਰਾਜ ਹੁੰਦਾ ਹੈ, ਜ਼ੁਲਮ ਕਰਦਾ ਹੈ। ਗੁਰੂ ਨਾਨਕ ਸਾਹਿਬ ਪਰਮੇਸ਼ਰ ਦੇ ਸਰੂਪ ਪ੍ਰਗਟ ਹੋਏ, ਕਹਿੰਦੇ ਤੂੰ ਜਾਬਰ ਹੈ, ਜ਼ੁਲਮ ਕਰਦਾ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਜਹਾਂਗੀਰ ਤੂੰ ਜ਼ੁਲਮ ਕਰਦਾ ਹੈ। ਤਤੀ ਤਵੀ ਬੈਠਣਾ ਪੈ ਗਿਆ। ਮੁਰਤਜ਼ਾ ਖਾਨ ਚੰਦੂ ਨੇ ਗੁਰਾਂ ਨੂੰ ਸ਼ਹੀਦ ਕੀਤਾ। 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਔਰੰਗਜ਼ੇਬ ਨੂੰ ਜ਼ਾਲਮ ਆਖਿਆ। ਸ਼ਹਾਦਤ ਦੀ ਅਵਧੀ ਮੰਨਣੀ ਪਈ। ਚਾਂਦਨੀ ਚੌਂਕ ਸ਼ਹੀਦ ਹੋਏ। ਸ਼ਹੀਦੀਆਂ ਦਾ ਦੌਰ ਚੱਲਦਾ ਗਿਆ। ਬਾਬਰ ਕੇ ਜ਼ੁਲਮ ਕਰਦੇ ਗਏ, ਬਾਬੇ ਕੇ ਸ਼ਹੀਦੀਆਂ ਦਿੰਦੇ ਗਏ। ਅਖੀਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ 9 ਵਰ੍ਹਿਆਂ ਦੀ ਉਮਰ ਵਿੱਚ ਤਲਵਾਰ ਉਠਾ ਲੈਂਦੇ ਨੇ ਔਰ ਮੁਗਲਿਆ ਸਲਤਨਤ ਦੇ ਖਿਲਾਫ ਜੰਗ ਦਾ ਐਲਾਨ ਕਰਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਭਾਰਤ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਨੇ। ਮੁਸ਼ਕਲ ਇੱਥੇ ਖੜੀ ਹੋ ਗਈ ਜਦੋਂ ਰਵਾਲਸਰ ਦੇ ਮੁਕਾਮ ਤੇ 22 ਧਾਰ ਦੇ ਰਾਜਪੂਤ ਰਾਜਿਆਂ ਨੂੰ ਇਕੱਠੇ ਕਰਕੇ ਗੁਰਾਂ ਹੁਕਮ ਕੀਤਾ, ਤੁਹਾਡੇ ਕੋਲ ਹਥਿਆਰਾਂ ਦੀ, ਫੌਜਾਂ ਦੀ ਕਮੀ ਨਹੀਂ, ਮੇਰਾ ਸਾਥ ਦਿਓ। ਔਰੰਗਜ਼ੇਬ ਦਾ ਜ਼ਾਲਮਾਨਾ ਰਾਜ ਮਿਟਾ ਕੇ ਰੱਖ ਦੇਵਾਂਗਾ। ਰਾਜੇ ਕੰਬ ਉੱਠੇ, ਕੈਸੀਆਂ ਗੱਲਾਂ ਕਰਦੇ ਹੋ, ਅਸੀਂ ਗੁਲਾਮ ਰਜਵਾੜੇ ਹਾਂ, 100 50 ਪਿੰਡਾਂ ਦੇ ਮਾਲਕ ਹਾਂ, ਤੁਸੀਂ ਆਪਣਾ ਤੇ ਸਰਵਨਾਸ਼ ਕਰਵਾਉਣਾ ਹੈ ਔਰੰਗਜ਼ੇਬ ਨਾਲ ਮੱਥਾ ਲਾ ਕੇ, ਦਿੱਲੀ ਨਾਲ ਮੱਥਾ ਲਾ ਕੇ, ਨਾਲ ਸਾਡੀ ਜਿਹੜੀ ਥੋੜ੍ਹੀ ਬਹੁਤੀ ਗੁਲਾਮੀ ਦੀ ਰੋਟੀ ਚੱਲਦੀ ਹੈ ਉਹ ਵੀ ਮਿਟਾ ਦਿਓਗੇ। ਇਹ ਗੁਰਾਂ ਦਾ ਸਾਥ ਦੇਣ ਦੀ ਬਜਾਏ ਭੀਮ ਚੰਦ ਹੋਣੀ ਈਰਖਾ ਦੀ ਅੱਗ ਵਿੱਚ ਸੜਦੇ ਹੋਏ ਗੁਰੂ ਗੋਬਿੰਦ ਸਿੰਘ ਦੇ ਖਿਲਾਫ ਔਰੰਗਜ਼ੇਬ ਦੇ ਹੱਕ ਵਿੱਚ ਜਾ ਖਲੋਤੇ। ਕਈ ਹਮਲੇ ਸੂਬਾ ਸਰਹੰਦ, ਮੁਗਲਿਆ ਸਲਤਨਤ ਤੇ 22 ਧਾਰ ਦੇ ਰਾਜਿਆਂ ਨੇ ਮਿਲ ਜੁਲ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਕੀਤੇ ਨੇ। ਜਦੋਂ ਹਰ ਹਮਲੇ ਦੇ ਵਿੱਚ ਮੂੰਹ ਦੀ ਖਾਣੀ ਪਈ ਤੇ ਇੱਕ ਲੰਮੀ ਚੌੜੀ ਚਿੱਠੀ ਭੀਮ ਚੰਦ 22 ਧਾਰ ਦੇ ਰਾਜਿਆਂ ਨੇ ਵਜ਼ੀਰ ਖਾਂ ਦੀ ਸਲਾਹ ਦੇ ਨਾਲ ਔਰੰਗਜ਼ੇਬ ਨੂੰ ਲਿਖੀ ਆਇਆ, ਦਿੱਲੀ ਪੱਤ, ਤੇਰਾ ਹੁਕਮ ਭਾਰਤ ਵਰਸ਼ ਵਿੱਚ ਚੱਲਦਾ ਹੈ। ਇੱਕ ਐਸੀ ਜਗ੍ਹਾ ਹੈ ਭਾਰਤ ਦੇ ਵਿੱਚ ਜਿਹਦਾ ਨਾਮ ਆਨੰਦਪੁਰ ਹੈ, ਉੱਥੇ ਤੇਰਾ ਹੁਕਮ ਨਹੀਂ ਚੱਲਦਾ। ਤੇਰਾ ਹੁਕਮ ਹੈ, ਗੁਲਾਮ ਤਖਤ ਨਹੀਂ ਲਾ ਸਕਦੇ। ਤੇਰੇ ਦਿੱਲੀ ਦੇ ਤਖਤ ਨਾਲੋਂ ਉੱਚਾ ਤਖਤ ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ ਕੇਸਗੜ੍ਹ ਲਾਇਆ ਹੋਇਆ ਹੈ। ਤੂੰ ਕਹਿੰਦਾ ਹੈ ਗੁਲਾਮ ਪਗੜੀ ਨਹੀਂ ਪਹਿਨ ਸਕਦੇ, ਟੋਪੀ ਪਹਿਨਣਗੇ। ਗੁਰੂ ਗੋਬਿੰਦ ਸਿੰਘ ਦਸਤਾਰੇ ਸਜਾਉਂਦਾ ਹੈ, ਕਲਗੀ ਤੋੜਾ ਲਾਉਂਦਾ ਹੈ। ਤੂੰ ਕਹਿੰਦਾ ਗੁਲਾਮ ਘੋੜ ਸਵਾਰੀ ਨਹੀਂ ਕਰ ਸਕਦੇ। ਗੁਰੂ ਗੋਬਿੰਦ ਸਿੰਘ ਨੇ ਅਰਬੀ ਤੁਰਕੀ ਘੋੜੇ ਰੱਖੇ ਨੇ। ਤੂੰ ਕਹਿੰਦਾ ਗੁਲਾਮ ਦਮਾਮੇ ਨਹੀਂ ਵਜਾ ਸਕਦੇ। ਗੁਰੂ ਗੋਬਿੰਦ ਸਿੰਘ ਨੇ ਰਣਜੀਤ ਨਗਾਰਾ ਬਣਾਇਆ ਹੈ ਔਰ ਐਸੀ ਨਗਾਰੇ ਦੀ ਚੋਟ ਹੈ, ਪਹਾੜਾਂ ਦੀਆਂ ਵਾਦੀਆਂ ਕੰਬਦੀਆਂ ਨੇ ਸੁਣ ਕੇ। 22 ਧਾਰ ਦੇ ਰਾਜਿਆਂ ਨੂੰ, ਤੇਰੇ ਸੂਬਾ ਸਰਹੰਦ ਵਜ਼ੀਰ ਖਾਂ ਨੂੰ, ਰੰਗੜਾਂ ਨੂੰ, ਗੁੱਜਰਾਂ ਨੂੰ, ਲੁਟੇਰਿਆਂ ਨੂੰ ਮੂੰਹ ਦੀ ਖਾਣੀ ਪਈ। ਅਸੀਂ ਜ਼ੋਰ ਲਾ ਲਿਆ ਹੈ ਦਿੱਲੀ ਦੇ ਖਿਲਾਫ ਬਗਾਵਤ ਕਰਨ ਵਾਲੇ ਗੁਰੂ ਨੂੰ ਮਿਟਾ ਦਈਏ, ਉਲਟਾ ਸਾਨੂੰ ਕਈ ਜੰਗਾਂ ਹਾਰਨੀਆਂ ਪਈਆਂ। ਜੇ ਤੂੰ ਦਿੱਲੀ ਤੋਂ ਫੌਜਾਂ ਭੇਜੇ ਤੇ ਗੁਰੂ ਗੋਬਿੰਦ ਸਿੰਘ ਨੂੰ ਨੱਥ ਪਾਈ ਜਾ ਸਕਦੀ ਹੈ, ਨਹੀਂ ਤੇ ਸਮਾਂ ਆਵੇਗਾ, ਇੰਨੀ ਤਾਕਤ ਫੜ ਰਿਹਾ ਹੈ, ਇਹ ਦਿੱਲੀ ਦਾ ਤਖਤ ਨਾ ਜਿੱਤ ਲਵੇ। ਝੂਠ ਫਰੇਬ ਦੇ ਨਾਲ ਲਿਖੀ ਹੋਈ ਚਿੱਠੀ ਔਰੰਗਜ਼ੇਬ ਨੂੰ ਮਿਲੀ। ਆਪ ਦੱਖਣ ਵਿੱਚ ਹੈ, ਸਾਰੇ ਉੱਤਰੀ ਭਾਰਤ ਦੇ ਸੂਬਿਆਂ ਨੂੰ ਹੁਕਮ ਕਰਦਾ ਹੈ, ਐ ਸੂਬਾ ਸਰਹੰਦ, ਐ ਸੂਬਾ ਜਲੰਧਰ, ਐ ਸੂਬਾ ਕਸ਼ਮੀਰ,
पूरी फौज लैके गुरु गोबिंद सिंह ते हमला करो, 22 धार दे राजियां दा साथ दो ते गुरु दा सिर वढ़ के मेरे सामने हाज़र करो। अखीरला घेरा आनंदपुर नूं 1704 ईस्वी मई दे महीने गर्मियां दे दिन पैंदा है, 1761 बिक्रमी संमत। 2 ਤੋਂ 2.5 ਲੱਖ फौज है दुश्मन दी, मुगलों की 22 धार दे राजियां दी, ते गुरु गोबिंद सिंह दे कोल 10,000 दे करीब सूरमे ने। ये वाधू दियां बातां नहीं भी मैं कोई सिख विद्वानां दी लिखत तुहाडे नाल सांझी करन लगा ते उत्थे शंका खड़ा हो जावे भी अपने गुरु नूं वध सलाउंदे ने, आपदे भांडे नूं वध सलाउंदे ने। इस दी बजाए मैं एक मुसलमान की लिखत तुहाडे नाल सांझी करदा। 5 वक्त दा नमाजी अल्लाह यार खां नूं पुछो किड्डा क घेरा है, वो लिखदा अदा की फौज के ना शुमारो हिसाब थे, सरदारे फौज एक नहीं 2 नवाब थे, राजे कई पहाड़ के हम रकाब थे, सिंगों से बिश्त चंद यह शैखो शाब थे। बिश्त चंद ਸਿੰਘਾਂ नालों 20 गुणा ਵੱਡਾ घेरा है दुश्मन का, कहता गिणती नहीं हो सकती। हमला होया आनंदां दी पुरी ते ਸਿੰਘਾਂ ने ऐसा जवाब दिता, गुरु गोबिंद सिंह का थापड़ा लैके दुश्मन पिछे दौड़ उठिया। वजीर खां ने सियाणप वरती है, 2-2.5 कोह की दूरी ते बईए, आनंदपुर नूं घेरा पा के राशन पानी बंद कर दईए, आपे भुखे भाणे सिंह मर मिट जाणगे, लड़के नहीं जित्या जाना इन्हां तों। 7 महीने पोह दे महीने ताईं घेरा पिया रहा। राशन पानी मुक गया, ਸਿੰਘਾਂ नूं मुट्ठी पर छोले खा के गुजारा करना पिया। छोले भी मुक गए, घोड़ियां दी खुराक भी मुक गई, प्रसादी हाथी गुरां दा मरिया, चंगे चंगे अरबी तुर्की घोड़े मर गए। हुण उत्थे रुखां दे पत्ते खाने पे, रुखां दी खल ला के पानी च उबाल के वो जल छकना पिया। बाणी दे आसरे सिंह लड़दे ने, ते जे ਸਿੰਘਾਂ दी हालत नाजुक है ते दुश्मन ते भी भारी मार पई है मौसम दी। पहला गर्मियां दी मार, फिर वरखा दी मार, कई रोग पैदा हो गए। हुण पोह दी ठंड दी सीत दी मार पैंदी है। फिर 2-2.5 ਲੱਖ फौज लई राशन कित्थों आवे इन्ना। समा ऐसा बन गया, फौज बगावत करन लई तैयार हो गई। ते फिर 22 धार दे राजे भीम चंद होना आटे दी गऊ बनाई, थाली विच एक छुरी दे नाल रखी, अम्मे पुरोहित नूं तैयार कीता। मुगलों वालों कुरान दी कसम औरंगजेब ने लिखती भेजी, कासिद गुरां दे कोल हाज़र होया। इतने में इतला हुई कि कासिद आया है, सरहंद के नवाब का पैगाम लाया है। गुरां कोल पैगाम लैके आ गए, महाराज औरंगजेब कसम उठाउंदा है, 22 धार दे राजे कसम उठाउंदे ने, आनंदपुर छड्ड दिओ, नाले साडी इज्जत रह जावेगी, तुहाडा धर्म रह जावेगा, तुहाडी वाह वल नहीं वेंदे। जे तुहाडा पिछा करिए, तुहाडे ते हमला करिए ते आ छुरी पई है, आटे दी गऊ पई है, इहदा अर्थ यह है भी जिन्ना हिंदू नूं गऊ वधदा पाप लगदा है, सानू उन्ना पाप लगे। झगड़ा टल सकदा है, आनंदपुर छड्डना है, नाले तुसीं फकीर हो, लालच काहदा। ये जमीन दा टुकड़ा ते है, ये 2-4 किले ही ते ने। ਸਿੰਘਾਂ ने जोर पाया, माता गुजरी जी ने जोर पाया। भाई रतन सिंह भंगू लिखते ने, गुरदेव मना करते रहे ते सिंह जिद करते रहे, कुछ बिदावा भी दे गए सन। गुरदेव जानते ने ये पैमा शिकन लोग ने, धोखेबाज लोग ने, बिन बोलिया सब कुछ जानदा, पर कई बार बच्चों की जिद अगे मापे सिर निभा देंदे ने। उधर भी 3 साल हो गए सी जंग लड़दियां, किधरे महीना 2 महीना विच समा मिलदा सी फुरसत दा, ते इस जंग नूं भी ते 7 महीने हो गए सन।
ਅਖੀਰ ਗੁਰਦੇਵ ਨੇ ਫੈਸਲਾ ਲਿਆ ਆਨੰਦਾਂ ਦੀ ਪੁਰੀ ਨੂੰ ਛੱਡਣ ਦਾ। 6 ਪੋਹ ਦੀ ਰਾਤ 1761 ਬਿਕਰਮੀ ਸੰਮਤ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਅਸਥਾਨ ਗੁਰਦੁਆਰਾ ਸੀਸਗੰਜ ਵਿਖੇ ਨਮਸਕਾਰ ਕੀਤੀ। ਗੁਰਧਾਮਾਂ ਦੀ ਸੇਵਾ ਬਾਬਾ ਸ਼੍ਰੀ ਚੰਦ ਜੀ ਦੀ ਸੰਪਰਦਾਇ ਉਦਾਸੀਨ ਦੇ ਮਹਾਂਪੁਰਸ਼ ਗੁਰਬਖਸ਼ਦਾਸ ਉਦਾਸੀ ਨੂੰ ਸੌਂਪੀ। ਆਪ ਜਥਾ ਲੈ ਕੇ ਤਾਰਿਆਂ ਦੀ ਲੋਏ ਚੱਲ ਪਏ। ਵੱਡਿਆਂ ਦੇ ਅਸਥਾਨ ਕੀਰਤਪੁਰ ਸਾਹਿਬ ਨਮਸਕਾਰ ਕੀਤੀ। 7 ਪੋਹ ਦੇ ਅੰਮ੍ਰਿਤ ਵੇਲੇ ਸਰਸਾ ਦੇ ਕੰਢੇ ਪਹੁੰਚੇ ਨੇ। ਦੁਸ਼ਮਣ ਵਾਅਦੇ ਤੋੜ ਕੇ ਪਿੱਛੇ ਆ ਗਿਆ। 4 ਤਰਫ ਤੋਂ ਵਿਦਵਾਨ ਕਹਿੰਦੇ ਕਲਗੀਧਰ ਨੂੰ ਘੇਰਾ ਪਿਆ। ਪਿੱਛੇ ਦੁਸ਼ਮਣ ਚੜਿਆ ਹੁੰਦਾ ਹੈ ਤੇ ਸਾਹਮਣੇ ਸਰਸਾ ਨਦੀ ਵਿੱਚ ਹੜ੍ਹ ਆਇਆ ਹੈ, ਕਿਉਂਕਿ ਬਰਸਾਤਾਂ ਬਹੁਤ ਹੋ ਰਹੀਆਂ ਨੇ। ਬਰਸਾਤੀ ਨਾਲਾ ਸੀ ਉਹ, ਅੱਗੋਂ ਵੀ ਘੇਰਾ ਤੇ ਥੱਲੋਂ ਠੰਡੀ ਸੀਤ ਪੈਰਾਂ ਨੂੰ ਚੜ੍ਹਦੀ ਹੈ, ਥੱਲਿਓਂ ਵੀ ਘੇਰਾ ਤੇ ਉੱਤੋਂ ਵਰਖਾ ਹੋਵੇ ਤੇ ਪੋਹ ਵਿੱਚ ਹੁੰਦੀ ਵਰਖਾ ਹੱਡਾਂ ਨੂੰ ਚੀਰਦੀ ਹੈ, ਉੱਤੋਂ ਵੀ ਘੇਰਾ। ਅੰਮ੍ਰਿਤ ਵੇਲਾ ਹੈ, ਆਸਾ ਦੀ ਵਾਰ ਦਾ ਸਮਾਂ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਗੁਰਾਂ ਨੇ ਹੁਕਮ ਕੀਤਾ ਆਸਾ ਦੀ ਵਾਰ ਲੱਗੇਗੀ। ਬਾਬਾ ਅਜੀਤ ਸਿੰਘ ਨੂੰ, ਬਾਬਾ ਉਦੈ ਸਿੰਘ, ਬਾਬਾ ਜੀਵਨ ਸਿੰਘ ਰੰਗਰੇਟੇ ਹੁਣਾਂ ਨੂੰ ਪਾਤਸ਼ਾਹ ਕਹਿੰਦੇ ਤੁਸੀਂ ਦੁਸ਼ਮਣ ਨੂੰ ਰੋਕਣਾ ਹੈ। ਬਾਬਾ ਅਜੀਤ ਸਿੰਘ ਦੀ ਕਮਾਂਡ ਹੇਠ ਸਿੰਘ ਜੰਗ ਲੜਦੇ ਨੇ, ਗੁਰਦੇਵ ਆਸਾ ਦੀ ਵਾਰ ਲਾਉਂਦੇ ਨੇ। ਅਖੀਰ ਬਾਬਾ ਉਦੈ ਸਿੰਘ ਟਿੱਬੀ ਤੇ ਸ਼ਹੀਦ ਹੋ ਗਏ, ਜੋ ਬਾਬਾ ਮਨੀ ਸਿੰਘ ਦੇ ਫਰਜ਼ੰਦ ਸਨ, ਸੁਪੁੱਤਰ ਸਨ। ਗੁਰਦੇਵ ਆਸਾ ਦੀ ਵਾਰ ਦੀ ਸਮਾਪਤੀ ਕਰਕੇ ਮੈਦਾਨੇ ਜੰਗ ਵਿੱਚ ਆਪ ਨਿਤਰੇ ਨੇ। ਅੱਲਾ ਯਾਰ ਖਾਂ ਕਹਿੰਦੇ ਗੁਰੂ ਗੋਬਿੰਦ ਸਿੰਘ ਦੀ ਉੱਥੇ ਫਿਰ ਤਲਵਾਰ ਚੱਲੀ ਹੈ। ਸਤਿਗੁਰੋਂ ਨੇ ਰਾਜਪੂਤੋਂ ਕੇ ਸ਼ੱਕੇ ਛੁਡਾ ਦਿਏ, मुगलों के वलवले भी जो थे वो मिटा दिए, दुश्मन को अपनी तेग के जौहर दिखा दिए, कुश्तों की एक आन में पुश्ते लगा दिए। ऐसी तलवार चली राजपूत राजे दौड़ उठे, मुगलों के सुपने चकना चूर कर दिते कलगीधर ने। दुश्मन पिछे हट गया डरदा। फिर गुरदेव ने हुक्म किया है हुण सरसा पार लंघांगे। कौन टिकेगा गुरु दे अगे? सब ते वड समर्थ गुरदेव। गुरु इज डिवाइन, ही इज ऑल पावरफुल। कोई गुरु दे तुल नहीं। ये ते मनुखी जामे चाहे ने खेडां कर रहा है पातशाह। देखण आयो जगत तमाशा, कहते मैं ते तमाशा वेखण आया दुनिया दा। 3 हिस्से परिवार वंडिया गया। माता गुजरी दे नाल बाबा जोरावर सिंह, बाबा फतेह सिंह एक दिशा चले गए। माता सुंदर कौर, माता साहिब कौर नाल भाई मनी सिंह आदि प्यारे होर सिंह ये रोपड़ थाणी हुंदे दिल्ली नूं चले गए। ते गुरु गोबिंद सिंह पातशाह दे नाल फरजंद बाबा अजीत सिंह, बाबा जुझार सिंह ते 5 प्यारे होर प्यारे सिंह ये चमकौर दी गढ़ी वल नूं वाधे ने। पिंड घनौले नूं लंघे, पिंड फिडे नूं लंघे। रोपड़ कुछ पठाणा नाल भेड़ भी हुंदा है, वो जंग जित के फिर कोटले लंघदे ने। निहंग खां पठान जिथे गुरां दा सेवक है। फिर पिंड लखीमपुर लंघे ने, पिंड ब्राह्मण माजरा लंघे, बूर माजरा लंघे, दुगरी लंघे, तालापुर दी उच्ची टिब्बी लंघ के चमकौर दे बाग 7 पोह दीआं शामां गुरदेव जा पहुंचे। इत्थे दुश्मनां दी उड़ीक होण लगी है, क्योंकि दुनिया दा सब तो कमसान युद्ध कलगीधर कहंदे मैं इत्थे लड़ना है। कहंदे चेहरे ते खुशी बड़ी है, साडी जवानी डिग पवे मिट्टी फोलदे हैं। इत्थे 2 लाल विछड़े ने, घर वालियां विछड़ियां ने, महल विछड़े ने। आनंदां दी पुरी उजड़ गई है, मां विछड़ी है। भाई दया सिंह कहंदे खुशी कादी है चेहरे ते, इस गढ़ी वल वेख के आनंद कादा है। अल्लाह यार खां कहंदे बापू ने जवाब दिता, जिस खित्ते में हम कहते थे आना, यह वही है कल लुट के है जिस जगह पे जाना।
यह वही है जिस जहाँ पे बच्चों को है कटाना, यह वही है मट्टी कह देती है ठिकाना, यह वही है। भाई दया सिंह जी, मैं ਸਰਬੰਸ ਵਾਰਨਾ है धर्म के बदले, धर्म ਨੂੰ ਹਰਿਆ ਭਰਿਆ ਰੱਖਣ ਲਈ ਆਪਣੇ ਬੱਚਿਆਂ ਦਾ ਲਹੂ ਡੋਲਣਾ है। ਅੱਜ 2 ਕਿਸ਼ਤਾਂ ਸਰਬੰਸ ਚੋਂ ਚਮਕੌਰ ਦੀ ਗੜੀ ਅਦਾ ਕਰਾਂਗਾ, ਤੇ ਜਦੋਂ ਕਰਜ਼ਾ ਲੈ ਜਾਵੇ ਤੇ ਬੰਦਾ ਫਿਰ ਸੁਰਖਰੂ ਹੁੰਦਾ ਹੈ। ਇਸ ਗੱਲ ਦੀ ਮੈਨੂੰ ਖੁਸ਼ੀ ਹੈ। ਇਹ ਗੁਰੂ ਗੋਬਿੰਦ ਸਿੰਘ ਹੀ ਕਹਿ ਸਕਦਾ ਹੈ, ਹੋਰ ਦੁਨੀਆ ਤੇ ਐਸਾ ਕੋਈ ਮਹਾਪੁਰਸ਼ ਨਹੀਂ ਹੋਇਆ। ਹਾਲਾਤ ਬੜੇ ਖਸਤਾ ਸਨ, ਘੋੜਿਆਂ ਦੀਆਂ ਕਾਠੀਆਂ ਲਾ ਕੇ ਸਿੰਘ ਲੇਟ ਗਏ, ਜ਼ੀਪੋਸ਼ ਉੱਤੇ ਲੈ ਲਏ, ਕੁਝ ਸਿੰਘ ਪਹਿਰਾ ਦਿੰਦੇ ਨੇ। ਰਾਤ ਇਸ ਤਰ੍ਹਾਂ ਲੰਘੀ ਹੈ, ਕਿਸੇ ਸਿੰਘ ਦਾ ਮੱਥਾ ਗੁਰਦੇਵ ਨੇ ਚੁੰਮਿਆ, ਕਿਸੇ ਸਿੰਘ ਦੀ ਸਾਹ ਰਗ ਗੁਰਾਂ ਨੇ ਚੁੰਬੀ। ਹੈਰਾਨੀ ਹੈ ਕਿਸੇ ਦੇ ਚਰਨ ਵੀ ਚੁੰਮ ਲਏ ਬਾਪੂ ਨੇ। ਅੱਲਾ ਯਾਰ ਖਾਂ ਕਹਿੰਦਾ, ਇਦਾਂ ਦਾ ਮੁਰਸ਼ਦ ਇਸ ਰੂਹੇ ਜ਼ਮੀਨ ਤੇ ਨਹੀਂ ਵੇਖਿਆ। ਉਹ ਚੇਲੇ ਸਾਧਾਂ ਦੇ ਪੈਰ ਚੁੰਮਦੇ ਵੇਖੇ ਨੇ, ਸਾਧ ਚੇਲਿਆਂ ਦੇ ਪੈਰ ਚੁੰਮੇ, ਇਹ ਗੁਰੂ ਗੋਬਿੰਦ ਸਿੰਘ ਕਰ ਸਕਿਆ ਹੈ। ਇਹਦਾ ਕਾਰਨ ਕੀ ਹੈ? ਪੁੱਛੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ। ਕਹਿੰਦੇ ਮੱਥਾ ਇਸ ਲਈ ਚੁੰਮਦਾ ਹਾਂ, ਇਹ ਖੋਪੜ ਕੱਲ ਨੂੰ ਧਰਮ ਬਦਲੇ ਲੈ ਜਾਣਾ ਹੈ। ਸਾਹ ਰਾਗ ਇਸ ਲਈ ਚੁੰਮਦਾ ਹਾਂ, ਹਰ ਸਾਹ ਗੁਰਸਿੱਖੀ ਦੇ ਪ੍ਰਤੀ ਵਫਾਦਾਰੀ ਭਰਿਆ ਇਸ ਰਗ ਚੋਂ ਲੰਘਿਆ ਹੈ। ਕਦਮ ਇਸ ਲਈ ਚੁੰਮਦਾ ਹਾਂ, ਇਹ ਕਦੇ ਵੀ ਕਦਮ ਮੇਰੇ ਹੁਕਮ ਤੋਂ ਬਾਹਰ ਨਹੀਂ ਚੱਲੇ। ਅੱਲਾ ਯਾਰ ਖਾਂ ਨੇ ਬਿਆਨ ਕੀਤਾ ਹੈ, ਜਿਨ ਸਿੰਘੋਂ ਨੇ ਕਲ ਮੌਤ ਕੇ ਸਾਹਿਲ ਥਾ ਉਤਰਨਾ, कल सुबह था जिन खालसों ने जंग में मरना, बाली से शहदों के हुआ जबे गुजरना, मुश्किल हुआ इस जान से कदम आगे को धरना, चूमा कभी हलकूम कभी दहन चूमने बैठे, जब पाइंती आए तो चरण चूमने बैठे। ये गुरु गोबिंद सिंह ही कर सकता है। वैसे भी बाणी कहती है, तेरे दास की होवा धूर, ਪਿਆਰਿਆਂ ਦੀ ਚਰਨ ਧੂੜੀ ਖੁਦ ਖੁਦਾ ਗੁਰੂ ਨਾਨਕ ਕਹਿੰਦੇ ਮੈਂ ਚਾਹੁੰਦਾ ਹਾਂ। ਜਿੰਨਾ ਵਿਦਾਵਾ ਦਿੱਤਾ ਉਹਨਾਂ ਦੀ ਚਰਨ ਧੂੜੀ ਨਹੀਂ ਮੰਗੀ, ਜਿੰਨਾ ਨਿਭਾਈ ਹੈ ਧਰਮ ਦੇ ਪ੍ਰਤੀ ਉਹਨਾਂ ਦੀ ਚਰਨ ਧੂੜੀ ਦੀ ਬਾਤ ਹੈ। ਸਤਪੋ ਦੀ ਰਾਤ ਇਦਾਂ ਲੰਘੀ, ਰਾਤ ਦੇ ਅਖੀਰਲੇ ਪੈਰ ਅੰਮ੍ਰਿਤ ਵੇਲੇ ਤੋਂ ਪਹਿਲਾਂ 10 ਲੱਖ ਦਾ ਘੇਰਾ ਪੈ ਗਿਆ ਚਮਕੌਰ ਦੀ ਗੜੀ ਨੂੰ। ਔਰ ਸਭ ਤੋਂ ਆਥੈਂਟਿਕ और उसे समय की गवाही है जफरनामा गुरु गोबिंद सिंह ने जो फारसी च लिखिया। कहते गुर सिंह चेकारे कुनद चहल नर के दहलक बरायद बरो बेखबर। 10 ਲੱਖ ਦਾ ਘੇरा पिया मैनू ते मेरे कोल 40 भुखे सिंह ने। दिल्ली तो फौजा आईयां, ख्वाजा महमूद की कमांड हेठ जरनैल नाहर खां आया, जरनैल गनी खां आया, जरनैल मियाँ खां आया, मजीद खां आया, जरनैल भूरे खां आया, जलील खां आया। दूसरी तरफ जेड़े पंजाब भारत वर्ष के नज़दीक दे सूबे सन, सूबा जलंधर दी फौज, मुल्तान दी फौज, सूबा कश्मीर दी फौज, सूबा लाहौर दी फौज, सूबा सरहंद नाज़म वज़ीर खां दी फौज। फिर जेड़ियां 22 धारां ने, कुछ रेंजिस 11 के करीब जलंधर के इलाके सन, 11 के करीब डूंगर के इलाके विच सन। राजा चंबा की फौज आई है, राजा नूरपुर की फौज आई है, राजा गुलेर की फौज आई है, दतारपुर राजा की फौज, राजा शीबा की फौज, राजा कांगड़ा की फौज, राजा जसवान की फौज, राजा कोट लेहर की फौज, राजा बसोली की फौज, राजा मानकोट की फौज, राजा जसरोटा की फौज, राजा सांबा की फौज। 10-10, 20-20 हज़ार भी इन्हां जरनैलों की फौज गिणीए तो मामूली गल है, 10 ਲੱਖ बन जाता है। तो कई कमले तर्क करनगे 10 ਲੱਖ कित्थों आ गया। ये कौन आए ने? गुरु गोबिंद सिंह कहते कि पैमा शिकन
वेद रंग आमदन माया तेग तीरो तुफंग आमदन। वादे तोड़न वाले झूठे मुसलमान ते झूठे हिंदू आए ने। जे सच्चे राजपूत राजे हिंदू हुंदे ये गऊ दी कसम खा के ना तोड़ दे। जे सच्चे मुसलमान हुंदे ते ये कुरान दी कसम खा के ना तोड़ दे। मैं वार्निंग दे चुकिया सी, आनंदपुर छड़दा हां झगड़ा टालण दे लई, पर जे फिर भी मेरे सामने कोई दुश्मन आया, बला चारगी दरमिया आमदम, बा तदबीर तीरो तुफंग आमदम। मैं भी फिर फकीरी छड्ड के मोढे ते तीरां नाल भरिया पत्था पा के, तनुख टंग के, हथ रफल फड़ के, नंगी तलवार लैके मैदाने जंग विच नितरिया। क्योंकि फकीरां नूं फकीर बन के मिलीदा है ते कंडियां नूं कंडे बन के टकरीदा है। इत्थों समझ पैंदी है ਸਿੰਘ ने अमृत छकिया, ਸਿੰਘ ने तलवार लोगों का ढिड पाड़न लई नहीं पाई, सैल्फ डिफेंस लई, गऊ गरीब की रखिया लई पाई हुई है। 14 जंगां विच कलगीधर ने पहल नहीं की, पर जे दुश्मन चढ़ के आया तो हथ नहीं जोड़े, खालसा फिर खंडा खड़काउंदा है। नाहर खां नूं काहली पै गई भी गुरु गोबिंद सिंह नूं पौड़ी ला के सारे दुश्मन गढ़ी विच वड़ के घेर लवांगे, मिटा देवांगे। चढ़िया है पौड़ी, गुरु गोबिंद सिंह ने पत्थे चों तीर कढ़ के छाती मारिया, मिट्टी विच मिल गया नाहर खां। गनी खां पौड़ी चढ़िया, गुरज पकड़ के गुरां ने सिर विच मारिया, खखड़ियां वांगू मिज उड़ा दित्ती है सिर दी। तीसरा जरनैल जो सब तो दलेर 10 ਲੱਖ विच बलवान खवाउंदा सी, ख्वाजा महमूद जिहनूं जफर बेग कहिंदे ने, इहने पौड़ी लाई, गुरु वल तकिया चढ़ के पौड़ी तो डरदा ही डिग पिया गुरु दे चेहरे दा रोब वेख के। जफरनामे च कलगीधर दा रोब वेख के, जफरनामे च कलगीधर साफ लिखदे ने कि हाँ ख्वाजा मरदूद साहे दीवार, नयामद बा मैदा बा मरदाने वार। औरंगजेब तू कहना 10 ਲੱਖ विच बड़ा बली सूरा ख्वाजा महमूद सी, महमूद नहीं मरदूद सी, कायर सी, डरदा लुक गया। डरना मैनू चाहिए जिहदे कोल 40 सिंह ने, इत्थे 10 ਲੱਖ फौज का जरनैल डर गया तो मेरा एक की विगाड़ सकते ने। बापू कहंदा डरेगा अगर रूए ओ दीद में, बा यक तीर लाचार बख्शीद में। किधरे मेरे सावें आ जांदा मर्द बन के, एक तीर ओदी छाती विच गड्ड दिंदा, ਉਹਨੂੰ जन्नत नसीब हो जानी सी। पर कायर मेरे सावें ना आया, दीवार दे ओले लुक के उन्हें समा लंघाया। अखीर वजीर खां ने नारा लाया, महमूद ख्वाजे ने नारा लाया, कच्ची गड़ी है एक एक इट भी हिस्से नहीं आउणी, उखाड़ के सुट दिओ। इस तो पहला दुश्मन वाधा गुरदेव दा थापड़ा लैके एक सूरमा उठिया है 5 प्यारियां दे विचों। नाम ਉਹਦਾ बाबा हिम्मत सिंह है। 5 ਸਿੰਘ नाल ਤੋਰੇ, गड़ी चों बाहर निकले, हज़ारां दे सिर ला के शहादत दी अवधि मान गए। दूजा जथा आया है, दुश्मनां नाल लड़दे होए शहीद हो गए। अल्लाह यार खां कहंदा झूठियां कहानियां ना समझिओ, 1.25 ਲੱਖ नाल वाकई कलगीधर ने एक एक लड़ा दिता। एक एक लाख लाख से मैदान में लड़ा, जिस जा पे सिंह अड़ गए झंडा वहां गड़ा। लखां दे नाल एक एक सिंह लड़दा है, बुलंद हौसले लैके, बुलंद निशान साहब लैके, पूरे गुर उपर कुर्बान आपा 2 जथे गुरां तो वार गए। इस तो पहला के तीजा जथा तुरदा 17-18 वरियां दे दरम्यान जिहदी उम्र है, गुरु गोबिंद सिंह दा वड्डा साहिबजादा बाबा अजीत सिंह आग्या मंगदा है, सतगुर आग्या सीस भेट दिओ, जे सतगुर सच है भावै, गुरदेव मैदाने जंग दे विच मैं नितरांगा। भाई दया सिंह ने 5 प्यारे लैके बेनती की, पातशाह तुहाडे बाद गुरता गद्दी दा वारस होवेगा, इनू ना जाण दिओ। गुरदेव कहंदे नहीं, भाई दया सिंह इहदी अरदास कबूल होई है। मैं आवाज़ आप तां नहीं मारी, किधरे अजीत सिंह सोचदा नाबालग हाँ मैं, मैनू 10 ਲੱਖ नंगियां तलवारां ते बापू नचण लई तोरन लगा, मेरे नाल मोह नहीं करदा। मैनू खुशी इस गल दी है, अजीत सिंह आप सिर देण लई तैयार होया है।
ਬਾਬਾ ਅਜੀਤ ਸਿੰਘ ਨੂੰ ਆਪਣੇ ਕਮਰ ਕੱਸੇ ਦੀ ਬਾਪੂ ਨੇ ਤਲਵਾਰ ਬਖਸ਼ ਦਿੱਤੀ। ਕਹਿੰਦੇ ਕਮਸਾਨ ਦਾ ਯੁੱਧ ਲੜਿਆ, ਗੋਡੇ ਗੋਡੇ ਮੈਦਾਨੇ ਜੰਗ ਦੇ ਵਿੱਚ ਲਹੂ ਵਹਿ ਤੁਰਿਆ। ਖਵਾਜਾ ਮਹਿਮੂਦ, ਨਾਜ਼ਮ ਵਜ਼ੀਰ ਖਾਂ ਵਰਗੇ ਇਹ ਜੰਗ ਵੇਖ ਕੇ ਕੰਬ ਉੱਠੇ। ਗੁਰੂ ਗੋਬਿੰਦ ਸਿੰਘ ਅਟਾਰੀ ਤੇ ਖਲੋਤੇ ਬੜੇ ਖੇੜੇ ਵਿੱਚ ਨੇ। ਅੱਲਾ ਯਾਰ ਖਾਂ ਇੱਥੇ ਸਾਫ਼ ਲਿਖਦੇ ਨੇ, ਖੁਸ਼ ਹੋ ਕੇ ਹਸਤ ਉਠਾ ਕੇ ਗੁਰੂ ਗੋਬਿੰਦ ਸਿੰਘ ਨੇ ਕਿਹਾ, ਸ਼ਾਬਾਸ਼ ਪਿਸਰ, खूब दालेरी से लड़े हो, हाँ क्यों ना हो गोबिंद के फरजंद बड़े हो। शाबाश पुत्रा, बड़ी दलेरी नाल लड़िया है, लड़दा भी क्यों ना तेरियां रगां दे विच खुद खुदा गुरु गोबिंद सिंह दा लहू है। कहंदे बाबा अजीत सिंह ने तलवार लहरा के सिर झुका के गुरु गोबिंद सिंह दा आशीर्वाद कबूलिया, गुरदेव दी खुशी कबूली। तीर चलते गए पत्थे चों मुक गए, बरशी कढ़ी हजारां दुश्मन विन के सांग टुट गई। कलगीधर दी तलवार कमर कसे चों कढ़ी, दिलबंद ने तलवार से तस्लीम बजाई। गर्दन पे अदाब दिलावर ने झुकाई, इस वक्फ में फौजे सितम आरा उमड़ आई। बरशी किसी बदबख्त ने पीछे से लगाई, त्योरा के घिरे जीन से सरकार जमी पर, रूह खुलद गई और तने जार जमी पर। कहंदे ओदी लड़दियां लड़दियां बिजली वर्गी तलवार टुटी, हजारां वार दुश्मन ने इकट्ठे कर दिते, तीरां नाल विन दिता गया। शरीर डिग्या घोड़े तो मिट्टी विच मिट्टी हो गया। रूह ने मारी उडारी ते गुरु गोबिंद सिंह दे निर्गुण स्वरूप विच मिल गई। ਅੱਲਾ ਯਾਰ ਖਾਂ ਕਹਿੰਦਾ ਅੱਜ ਰੋਵੇਗਾ। ਇੱਥੇ ਵੱਡੇ ਵੱਡੇ ਰਹਿਬਰ ਰੋਂਦੇ ਨੇ ਪੁੱਤਾਂ ਦੇ ਵਿਛੋੜੇ ਤੇ। ਹੈਰਾਨੀ ਇਸ ਗੱਲ ਦੀ ਹੈ, ਬਾਪੂ ਜਕਾਰੇ ਛੱਡਦਾ ਹੋਇਆ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਸੀ, ਜੋ ਤੁਧ ਭਾਵੈ ਸਾਈ ਭਲੀ, ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁਖ ਹੋਏ। ਜਕਾਰੇ ਛੱਡ ਰਿਹਾ ਸੀ। ਓਨੀ ਦੇਰ ਵਿੱਚ 14 ਵਰਿਆਂ ਦੇ ਬਾਬਾ ਜੁਝਾਰ ਸਿੰਘ ਨੇ ਆ ਕੇ ਬਾਪੂ ਨੂੰ ਜੱਫੀ ਪਾ ਲਈ। ਹੱਥ ਜੋੜ ਕੇ 14 ਵਰਿਆਂ ਦੇ ਲਾਲ ਨੇ ਆਗਿਆ ਮੰਗੀ। ਇਸ ਵਕਤ ਕਹਾ ਨन्हे से मासूम पिसर ने, रुखसत हमें दिलवाओ, पिता जाएंगे मरने। भाई से बिछड़ कर हमें जीना नहीं भाता, सोना नहीं खाना नहीं पीना नहीं भाता। ऐ गुरदेव, इक्के मां दा दुध चुंगिया, इक्के ਵੀਰ ਦੇ ਸਾਵੇਂ ਸ਼ਸਤਰ ਤੇ ਸ਼ਾਸਤਰ ਵਿਦਿਆ ਸਿੱਖੀ, ਉਹਦੀ ਬਾਂਹ ਦਾ ਸਰਾਣਾ ਲਾ ਕੇ ਲੇਟਦਾ ਰਿਹਾ ਹਾਂ। ਤੁਹਾਡੇ ਚਰਨ ਇਕੱਠਿਆਂ ਪਰਸੇ, ਹਰ ਕਾਰਜ ਨੂੰ ਇਕੱਠਿਆਂ ਤੋਰਿਆ, ਅੱਜ ਵਿਦਕਰਾ ਕਿਉਂ? ਮੈਂ ਭਾਈ ਦੇ ਮੋਢੇ ਦਾ ਸਰਾਣਾ ਲਾ ਕੇ ਅੱਜ ਵੀ ਸੌਣਾ ਹੈ। ਮੇਰਾ ਭਾਈ ਮੇਰੇ ਦਾਦੇ ਗੁਰੂ ਤੇਗ ਬਹਾਦਰ ਦੀ ਗੋਦ ਚਲਿਆ ਗਿਆ ਹੈ, ਮੈਂ ਵੀ ਜਾਣਾ ਹੈ। ਅੱਲਾ ਯਾਰ ਖਾਂ ਕਹਿੰਦਾ ਕੈਸਾ ਗੁਰੂ ਹੈ। ਦੋਵੇਂ ਹੱਥਾਂ ਨਾਲ ਨਾ ਮੱਥਾ ਫੜ ਕੇ ਚੁੰਮਿਆ ਹੈ। थी दूसरे बेटे की बेनती सुनी, जिस दम सर को देहने पाक को बोसे दिए पहम। मरने के लिए कहने लगे जाइए झमझम, रूठो ना खुदारा नहीं रोकेंगे कभी हम। हमने ही बाप को कहा था जान दीजिए धर्म पर, लोग कहते हैं अब आपको जान दीजिए धर्म पर। रोसदे क्यों हो? जे दादे दी गोद प्यारी है ते दादे कोल चले जाओ, जे भाई प्यारा है भाई कोल चले जाओ। मैं 9 वरियां दी उम्र विच अपने बाप गुरु तेग बहादुर नूं वारिया सी। मैं आप जतीम हो के भारत वर्ष दे लखां बच्चे जतीम होणों बचाए सी। अज मैं अपने घर दे साहिबजादे वार के चिराग बुझा के ਭਾਰਤ ਵਰਸ਼ ਦੇ ਧਰਮ ਦੇ ਇਨਸਾਨੀਅਤ ਦੇ ਲੱਖਾਂ ਚਿਰਾਗ ਬਲਦੇ ਰੱਖਾਂਗਾ। ਜਾ ਚਲਿਆ ਜਾ ਜੁਝਾਰ ਸਿੰਘਾ, ਸ਼ਹਾਦਤ ਦਾ ਜਾਮ ਤੈਨੂੰ ਉਡੀਕਦਾ ਹੈ। ਅੱਲਾ ਯਾਰ ਖਾਂ ਕਹਿੰਦੇ ਸੇ, ਕਲਗੀਧਰ ਕਹਿੰਦੇ ਅੱਗੇ ਤੇਰੀ ਮਾਂ ਤਿਆਰ ਕਰਦੀ ਸੀ, ਅੱਜ ਤੈਨੂੰ ਮੈਂ ਤਿਆਰ ਕਰਾਂਗਾ। ਲੋ आओ तने पाक पे हथियार सजा दें। छोटी सी कमा नन्ही सी तलवार सजा दें। आ बचिया
मैं तैनू अपना खंजर दिना, तेरे हथ तलवार जापेगा, क्योंकि तेरी उम्र बड़ी थोड़ी है। हम देते हैं खंजर, इसे शमशीर समझना, नेजे की जगह तुम दादा का तीर समझना, जितने मरे इससे उन्हें बेपीर समझना, जख्म आए तो होना नहीं दिलगीर समझना, जब तीर कलेजे में लगे सी नहीं करना, उफ मुंह से मेरी जान कभी नहीं करना, दुश्मना नू मार पर याद रखी तेरा सीना भी विन्या जाना है। तू सुखमणी पढ़दा है, सी ना करी, जकारे छड्डने ने, वाहे गुरु अब जंग की हिम्मत तुम्हें बख्शे, प्यासे हो बहुत जामे शहादत तुम्हें बख्शे, तैनू प्यास लगी है शहीदी दी, जा तैनू वाहिगुरू शहादत दा जाम बख्श दवे। मथा चुमिया एक ख्वाहिश रखी, ख्वाहिश है तुम्हें तेग चलाते हुए देखें, हम आंख से बरशी तुम्हें खाते हुए देखें। कौन है गुरु गोबिंद सिंह दे बराबर, केड़ा भगवान, केड़ा अवतार, केड़ा रहबर, केड़ा पैगंबर। तुहाडी इच्छा ये हुंदी है तुहाडा बच्चा डॉक्टर बने, संसार कमा लवे, पर संसार कमाउण वाले मिट जांदे ने, शरीर दे नाल नाम मिट जांदा है। कलगीधर कहंदे मैनू ख्वाहिश नहीं संसार कमावे, मैनू ख्वाहिश है निरंकार कमा, दीन लई सिर दे, शरीर मिटेगा तेरा नाम दुनिया ते अमर हो जावेगा। मथा चुम के अपना खंजर देख के कलगीधर ने बाबा जुझार सिंह मैदाने जंग विच तोरे, उंगलां ते दंदियां वढ़दा है ख्वाजा महमूद, नाज़म वजीर खां, ये धर्म किवें मुकेगा, धर्म दे बूटे नूं लहू पा के ते गुरु दे साहिबजादे आप सिंच रहे ने, ये धर्म सुक नहीं सकदा। आया मैदाने जंग दे विच बाबा जुझार सिंह कहंदे जिधर नूं जांदा है हज़ारां दे सिर लाउंदा तुरिया जांदा है। इस वार भी भाई दया सिंह ने रोकिया सी, बापू ये इकलौता साहिबजादा रह गया ना मैदाने जंग विच तोरे गुरता गद्दी दा वारस होवेगा। गुरु नहीं सी मन्ने, दया सिंह नूं आवाज दे के कहंदे वेख जिस बाल नूं नाबालग समझदे हो दया सिंह जी, मैदाने जंग दे विच गेंदा वांगू सिर रेड़ दिते ने दुश्मना दे उसने, हड्डियां ये लत्तां ये बाहां इउं रुलदियां ने जिवें खूंडियां रुलदियां होण, बही रकत की सलिता जित कित लोथन के अंबारा, कहूं के सिर किंदक समरोडत कर पग डंडन मारा। कवि संतोख सिंह कहंदे गोडे गोडे लहू वह तुरिया, अल्लाह यार खां कहंदे ने 10-20 को जख्मी किया, 10-20 को मारा, खन्नास को मारा, कभी इबलीस को मारा, गुल मच गया एक तिफल्ले ने 40 को मारा, बच बच के लड़ो कलगियों वाले के पिसर से, यह नीमचा लाए हैं गुरु जी की कमर से, बच के लड़ो इतों गुरु दा खंजर ले आया है। तीर मुक गए, नेजे टुट गए, अखीर कलगीधर दा बख्शिया खंजर तलवार टुट गई। ज्ञानी ज्ञान सिंह कहंदे दुश्मन कंब रिहा सी, अखीर अल्लाहू अकबर दे नारे लाए गए, हज़ारां वार बाबा जुझार सिंह ते होए, भाई दे कोल डिग पिया, शरीर मिट्टी हो गया, वो जोत उडारी मार के निर्गुण अकाल विच अभेद हो गई। अल्लाह यार खां कहंदे मैं सोचिया अज रोवेगा, क्योंकि साडे विच सब तो वड्डा पैगंबर 1.25 लाख चों मुहम्मद जी दी न्याई याकूब होया, ओदा फरजंद यूसुफ मैदाने जंग विच नहीं सी मोया, बचपन विच गवाचिया, मिस्र दी मंडी विकिया, कहंदा ताहां मार के याकूब पुत्र दे विछोड़े ते रो पिया। रामचंद्र महाराज जी दे घरों माता सीता जी विछड़े, अखां भर आईयां राम जी दियां, लक्ष्मण जी मूर्छित होए, अखां भर आईयां राम जी दियां, श्री कृष्ण महाराज दी यादव कुल मिटी, अखां भर आईयां कृष्ण जी दियां। जीसस क्राइस्ट सूली ते चढ़े, गलुए चों निकले, ओ लॉर्ड प्लीज टेक दिस कप ऑफ पेन अवे फ्रॉम मी, ये दर्द सहनी बड़ी कठिन है। बाइबल विच लिखिया है, कहंदे गुरु गोबिंद सिंह तू सब तो उच्चा, तू इस मिट्टी दा बनिया ही नहीं, तू खुद खुदा है। याकूब को यूसुफ के बिछड़ने ने रुलाया, साबर कोई कम ऐसा रसूलों में आया, कटवा के पिसर चार एक आंसू ना गिराया। रुतबा गुरु गोबिंद ने ऋषियों का बढ़ाया,
तेरे चार लाल कटे गए ने, वड्डे गए ने, नीआं विच चिणे गए ने, तेरी अखों अंजू नहीं डिग्या। ते किदां कह दईए तेरे वर्गा खुदा तो बिना कोई दूजा है। तू जकारे छड़दा कह रहा सी, जिसकी वस्त सोई लै जाएगा, रोज किसे स्यों कीजै, तेरा तुझको सौंप दे क्या लागै मेरा। इथों समझ पैंदी है सतगुर जेवड़ अवर ना कोए, गुर पार ब्रह्म परमेश्वर सोए। गुरु गोबिंद सिंह इज द ट्रांसेंडेंट लॉर्ड, खुद खुदा है, ਉਹਦੇ ਤੇ सुख दुख ਦਾ असर नहीं। ਇਉਂ 8 ਪੋਹ ਨੂੰ ਕਮਸਾਨ ਦਾ युद्ध होया, बाबा अजीत सिंह जुझार सिंह शहीद हो गए। 10 ਲੱਖ ਦੇ ਘੇਰੇ ਨੂੰ ਚੀਰ ਕੇ 8 ਪੋਹ ਦੀ ਰਾਤ ਗੁਰੂ ਗੋਬਿੰਦ ਸਿੰਘ ਇੱਥੋਂ ਨਿਕਲਦੇ ਨੇ। ਬਾਬਾ ਦਇਆ ਸਿੰਘ ਆਦਿਕਾਂ ਦੀ ਬੇਨਤੀ ਸੁਣ ਕਰਕੇ ਇਹਦੇ ਅੱਗੇ 10 ਲੱਖ ਦਾ ਘੇਰਾ ਇਦਾਂ ਹੈ ਜਿੱਦਾਂ ਸ਼ੇਰ ਦੇ ਸਾਵੇਂ ਗਿੱਦੜਾਂ ਦੀ ਡਾਰ ਹੁੰਦੀ ਹੈ। ਗੁਰਪਾਰ ਬ੍ਰਹਮ ਪਰਮੇਸ਼ਰ ਆਪ 8 ਪਹਿਰ ਨਾਨਕ ਗੁਰਜਾਪ, देयर इज नन टू कंपेयर विद गुरु गोबिंद सिंह। ਉਹ ਖੇਲ ਖੇਲਦਾ ਹੋਇਆ 4 ਬਾਲ ਆਪਣੇ ਵਾਰ ਕੇ ਸਿੱਖੀ ਦਾ ਝੰਡਾ ਬੁਲੰਦ ਕਰ ਗਿਆ ਔਰ ਔਰੰਗਜ਼ੇਬ ਨੂੰ 4 ਲਾਲਾਂ ਦੀ ਸ਼ਹਾਦਤ ਤੋਂ ਬਾਅਦ ਜ਼ਫਰਨਾਮੇ ਵਿੱਚ ਇੱਕ ਸ਼ੇਰ ਲਿਖ ਕੇ ਕਹਿੰਦਾ ਹੈ, ਚਾਹੇ ਮਰਦੀ ਕੇ ਅਖਗਰ ਖਾਬੋਸ਼ਾ ਕੁਨੀ ਕਿ ਆਤਿਸ਼ ਦਾ ਮਾਰਾ ਫਰੋਜ਼ਾ ਕੁਨੀ। ਉਹ ਔਰੰਗਜ਼ੇਬ 4 ਚੰਗਿਆੜੀਆਂ ਬੁਝਾ ਕੇ ਮਰਦ ਸਮਝਦਾ ਹੈ ਆਪਣੇ ਆਪ ਨੂੰ। ਭਾਂਬੜ ਗੁਰੂ ਗੋਬਿੰਦ ਸਿੰਘ ਮੱਚ ਰਿਹਾ ਹੈ, ਭਾਂਬੜ ਖਾਲਸਾ ਪੰਥ ਮੱਚ ਰਿਹਾ ਹੈ, ਤੇਰੇ ਦਿੱਲੀ ਦੇ ਤਖਤ ਨੂੰ ਸਾੜ ਕੇ ਸਵਾਹ ਕਰੇਗਾ। ਇਤਿਹਾਸ ਗਵਾਹ ਹੈ 12 ਮਿਸਲਾਂ ਨੇ ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜੀਆ, ਬਾਬਾ ਬਘੇਲ ਸਿੰਘ ਹੋਣਾ ਦਿੱਲੀ ਦਾ ਤਖਤ ਸਾੜ ਕੇ ਸਵਾਹ ਕੀਤਾ, ਦਿੱਲੀ ਜਿੱਤੀ। ਫਿਰ ਮਹਾਰਾਜਾ ਰਣਜੀਤ ਸਿੰਘ ਨੇ 50 ਵਰੇ ਪੰਜਾਬ ਦੇਸ਼ ਤੇ ਰਾਜ ਕੀਤਾ। ਇਹ ਚੰਗਿਆੜੀ, ਇਹ ਭਾਂਬੜ ਬਾਲਿਆ ਕਿੰਨੇ ਹੈ? ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ। ਸਜਦਾ ਹੈ ਉਹਨਾਂ ਨੂੰ। ਲੱਖਾਂ ਦੀ ਗਿਣਤੀ ਵਿੱਚ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆਪ ਸੰਗਤ ਨੇ ਸ਼ਿਰਕਤ ਕਰਨੀ ਹੈ। ਸੱਚੀ ਸੁੱਚੀ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਇਹ ਹੈ, ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ, ਖਾਲਸਾ ਪ੍ਰਗਟ ਰਵੇ, ਭੁੱਲ ਚੁੱਕ ਦੀ ਖਿਮਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੁਣਾਂ ਦਾ ਧੰਨਵਾਦ, ਆਪ ਸੰਗਤਾਂ ਦਾ ਧੰਨਵਾਦ, ਖੁਦ ਖੁਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ। आओ 2 पंक्तियां पढ़ के फतेह बुलाइए जी। संत जना स्यों संग पाइयै वड्डै पुन, 8 पहर हर ध्याए, हर जस नित सोन। वाहिगुरु जी का खालसा, वाहिगुरु जी की फतेह।